ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਵੀਡੀਓ ਬਣਾ ਰਿਹਾ ਸੀਗਾ ਪੰਜਾਬੀ 'ਚ ਜਿਹੜੇ ਨਵੇਂ ਸਤੰਬਰ 29 ਨੂੰ ਥੋੜ੍ਹੇ ਚੇਂਜਸ ਆਏ ਆ ਉਹਨਾਂ ਦੀ ਪੰਜਾਬੀ 'ਚ, ਤਾਂ ਕਿ ਜਿਨ੍ਹਾਂ ਨੂੰ ਪਤਾ ਚਲੋ ਉਹ ਤਾਂ ਵਧੀਆ ਗੱਲ ਆ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਹੈਲਪ ਹੋ ਸਕੇ। ਸੋ ਮੈਂ ਕੰਪਿਊਟਰ ਦੀ ਸਕਰੀਨ ਤੋਂ ਰਿਕਾਰਡ ਕਰ ਰਿਹਾ। ਐਕਚੁਅਲੀ ਮੇਰਾ ਸਕਰੀਨ ਰਿਕਾਰਡ ਚੱਲਦਾ ਨਹੀਂ ਸੀਗਾ, ਸੋ ਹੋਪਫੁਲੀ ਇਟਸ ਨਾਟ ਦੈਟ ਬੈਡ। ਅਤੇ ਚਲੋ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਪਹਿਲਾ ਜਿਹੜਾ ਹਾਈਲਾਈਟ ਕੀਤਾ ਹੋਇਆ ਇਹ ਹੈਗਾ ਆ ਰੂਲ ਚੇਂਜ, ਜਿਹੜਾ ਆਪਣੇ ਸ਼ੋਰਟ ਹਾਲ ਐਗਜ਼ੈਂਪਸ਼ਨ ਜਿਹੜੀ ਹੈਗੀ ਆ ਆਪਣੇ FMCSA ਦੀ, ਉਹ ਪਹਿਲਾਂ 12 ਘੰਟੇ ਹੁੰਦੀ ਸੀਗੀ। 12 ਘੰਟੇ ਦਾ ਮਤਲਬ ਕੀ ਆ ਕਿ ਜੇ ਤੁਸੀਂ 8 ਵਜੇ ਸਵੇਰ ਦੇ ਕੰਮ ਸ਼ੁਰੂ ਕੀਤਾ, ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਆ ਕੇ ਤੁਸੀਂ 12 ਘੰਟੇ ਦੇ ਵਿੱਚ ਡਨ ਕਰਤਾ, ਉਹਨੂੰ ਕਹਿੰਦੇ ਸੀਗੇ 12 ਘੰਟੇ ਦਾ ਪੀਰੀਅਡ। ਵੀ ਜਿੱਥੋਂ ਸ਼ੁਰੂ ਕੀਤਾ ਮਤਲਬ ਤੁਸੀਂ ਜੇ ਸੈਕਰਾਮੈਂਟੋ ਦੀ A ਸਟਰੀਟ ਤੋਂ ਸ਼ੁਰੂ ਕੀਤਾ, ਜਿੱਥੇ ਤੁਹਾਡਾ ਯਾਰਡ ਆ ਮੰਨ ਲਓ, ਅਤੇ ਉੱਥੇ ਹੀ ਆ ਕੇ ਤੁਸੀਂ ਫਿਨਿਸ਼ ਕੀਤਾ ਅਤੇ ਉਹ 12 ਘੰਟੇ ਦੇ ਵਿੱਚ ਕਰਤਾ, ਤੁਹਾਨੂੰ ਲਾਗ ਬੁੱਕ ਦੀ ਨਹੀਂ ਲੋੜ। ਅਤੇ ਹੁਣ ਇਹ ਹੈਗਾ ਆ ਉਹਨਾਂ ਨੇ ਅਪ ਟੂ ਕਰਤੇ ਆ 14 ਘੰਟੇ, ਵੀ 14 ਘੰਟੇ ਡਰਾਈਵ ਔਨ ਡਿਊਟੀ ਜੋ ਵੀ ਆ, ਸ਼ੁਰੂਆਤ ਤੋਂ ਲੈ ਕੇ ਐਂਡ ਤਾਈਂ, ਅਤੇ ਸਟਾਰਟ ਅਤੇ ਐਂਡ ਸੇਮ ਜਗ੍ਹਾ 'ਤੇ ਕਰਨਾ। ਉਹ ਪਹਿਲਾਂ ਵੀ ਇੱਦਾਂ ਸੀ, ਹੁਣ ਵੀ ਇੱਦਾਂ ਹੀ ਆ। ਅਤੇ ਉਸੇ ਸ਼ੋਰਟ ਹਾਲ ਦੀ ਇਹ ਹੈਗੀ ਆ ਲੈਂਗੁਏਜ। ਪਹਿਲਾਂ ਸੀਗੀ 100 ਮਾਈਲ ਰੇਡੀਅਸ। 100 ਮਾਈਲ ਰੇਡੀਅਸ ਦਾ ਮਤਲਬ ਕੀ ਹੁੰਦਾ ਕਿ ਆਪਣੇ ਸੈਂਟਰ ਤੋਂ ਲੈ ਕੇ ਉਹਦੇ ਆਲੇ ਦੁਆਲੇ, ਜਿੱਦਾਂ 100 ਮਾਈਲ ਦਾ ਇਹ ਰੇਡੀਅਸ ਆ, ਰੋਡ ਮਾਈਲਸ ਨਹੀਂ, ਇਹ ਰੇਡੀਅਸ। ਮਤਲਬ ਜੇ ਤੁਸੀਂ ਇੱਕ ਸਰਕਲ ਬਣਾਇਆ ਆ, ਉਹ ਤੋਂ ਆਲੇ ਦੁਆਲੇ 100 ਮੀਲ ਦੇ ਚੱਕਰ ਦੇ ਵਿੱਚ ਉਹਨੂੰ ਰੇਡੀਅਸ ਹੁੰਦਾ ਆ ਕਿ ਆਲੇ ਦੁਆਲੇ। ਉਹ ਪਹਿਲਾਂ 100 ਮਾਈਲਸ ਦਾ ਸੀਗਾ, ਹੁਣ ਇਹਨੇ 150 ਕਰਤਾ। ਜਿੱਦਾਂ ਕਈ ਲੋਕ ਸੋਚਦੇ ਆ ਕਿ 100 ਮਾਈਲਸ ਜਿੱਦਾਂ ਸੀਗਾ ਕਿ ਆਪਣੇ ਸੈਕਰਮੈਂਟ ਤੋਂ ਫਰੀਜ਼ਨੋ ਚਲ ਜਾਓ 150 ਮੀਲ ਹੈ ਤਾਂ ਉਹਦੇ ਵਿੱਚ ਨਹੀਂ ਆਉਂਦਾ, ਉਹ ਗੱਲ ਨਹੀਂ ਗੀ। ਇਹ ਰੇਡੀਅਸ ਹੁੰਦਾ ਹੈ ਸਰਕਲ, ਅਤੇ ਉਸ ਸਰਕਲ 'ਚ ਜਿੰਨੇ ਵੀ ਆਉਂਦੇ ਆ ਉਹ ਸਾਰੇ ਆਪਣੇ ਤੁਸੀਂ ਯੂਜ਼ ਕਰ ਸਕਦੇ ਆ। ਹੁਣ ਇਹਨੇ 150 ਕਰਤਾ ਹੈ। ਆ ਦੇਖੋ, ਆ ਐਗਜ਼ਾਮਪਲ ਆ ਰੇਡੀਅਸ ਦਾ। ਇੱਥੇ ਸੈਂਟਰ ਆ, ਇਹਦੇ ਆਲੇ ਦੁਆਲੇ ਜਿੰਨਾ ਵੀ ਆ ਹੈਗਾ ਆ 100 ਮਾਈਲਸ ਰੇਡੀਅਸ ਤੱਕ ਤੁਸੀਂ ਸਰਵਿਸ ਕਰ ਸਕਦੇ ਆ। ਇੱਥੋਂ ਤੋਂ ਇੱਥੇ ਨਹੀਂ, ਇਹਨੂੰ ਰੇਡੀਅਸ ਕਹਿੰਦੇ ਆਲੇ ਦੁਆਲੇ। ਇਹਦੇ ਵਿੱਚ ਜਿੰਨਾ ਏਰੀਏ ਹੈਗੇ ਆ ਉਹ ਸਾਰਿਆਂ 'ਤੇ ਤੁਸੀਂ ਜਾ ਸਕਦੇ ਆ, ਭਾਵੇਂ ਰੋਡ ਮੀਲ 100 ਤੋਂ 120 ਹੋ ਜਾਣ, ਬਟ ਰੇਡੀਅਸ ਦੇ ਵਿੱਚ ਉਹਦਾ ਮਤਲਬ ਇੱਥੋਂ ਚੱਲ ਕੇ ਜੇ ਇੱਥੇ ਤੁਸੀਂ ਜਾਂਦੇ ਆ, ਇਹ 130 ਮੀਲ ਆ, ਸਟਿਲ ਲੀਗਲ ਆ, 100 ਮਾਈਲਸ ਰੇਡੀਅਸ ਦੇ ਵਿੱਚ ਆ। ਅਤੇ ਉਹ ਇਹਨਾਂ ਨੇ ਕਰਤਾ ਹੈਗਾ ਆ ਹੁਣ 150 ਮਾਈਲਸ। ਸੋ ਗੁੱਡ ਆ ਲੋਕਲ ਲਈ। ਅਤੇ ਮੋਸਟਲੀ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਜਾਂ ਅਸੀਂ ਜਿਨ੍ਹਾਂ ਨੂੰ ਜਾਣਦੇ ਆ, ਉਹ ਤਾਂ ਲੌਂਗ ਹਾਲ ਹੀ ਕਰਦੇ ਆ। ਸ਼ੋਰਟ ਹਾਲ ਵੀ ਚਲੋ ਕਰਦੇ ਆ, ਬਟ ਮੋਸਟਲੀ ਲੌਂਗ ਕਰਦੇ ਆ, ਇਸ ਲਈ ਆਪਾਂ ਇਹ 'ਤੇ ਜ਼ਿਆਦਾ ਸਟਰੈਸ ਨਹੀਂ ਕਰਨੀ। ਅਤੇ ਆ ਤੀਜਾ ਹੈਗਾ ਐਡਵਰਸ ਡਰਾਈਵਿੰਗ ਕੰਡੀਸ਼ਨਸ, ਜਿਹਦਾ ਮਤਲਬ ਕੀ ਆ ਕਿ ਆਪਣੀ ਕੋਈ ਵੱਖਰੀ ਕੰਡੀਸ਼ਨ ਹੋ ਜਾਂਦੀ ਹੈ, ਯਾਨੀ ਕਿ ਜਿਹੜੀ ਆਪਾਂ ਨਹੀਂ ਸੀ ਪਤਾ, ਜਿੱਦਾਂ ਨੋਰਮਲ ਨੀਗੀ, ਆਪਣੇ ਅਫੈਕਟ ਕੀਤਾ ਉਹਨੇ ਆਪਣੇ ਰਾਊਟ ਨੂੰ। ਮਤਲਬ ਕੀ ਆ ਕਿ ਜੇ ਤੁਸੀਂ ਸੈਕਰਾਮੈਂਟੋ ਤੋਂ ਪੋਰਟਲੈਂਡ ਤੁਹਾਡਾ ਰੈਗੂਲਰ ਰਾਊਟ ਆ, ਅਤੇ ਉਹ ਤੁਸੀਂ 11 ਘੰਟਿਆਂ ਦੀ ਡਰਾਈਵ 'ਚ ਉੱਥੇ ਪਹੁੰਚ ਜਾਂਦੇ ਆ। ਮੰਨ ਲਓ ਤੁਸੀਂ ਸੈਕਰਾਮੈਂਟੋ ਯਾਰਡ ਤੋਂ ਤੁਰੇ ਆ ਅਤੇ ਤੁਸੀਂ ਪੋਰਟਲੈਂਡ 10 ਘੰਟੇ 20, 10 ਘੰਟੇ 30, 10 ਘੰਟੇ 50, 10 55 ਰੈਗੂਲਰ ਪਹੁੰਚ ਜਾਂਦੇ ਆ, ਜਾਂ ਪਹੁੰਚ ਜਾਣਾ ਸੀ। ਮੰਨ ਲਓ 595 ਮੀਲ ਜਾਂ 98 ਆ, 11 ਘੰਟੇ ਤੁਸੀਂ ਪਹੁੰਚ ਜਾਣਾ ਸੀਗਾ ਜੇ ਰੋਡ ਬੰਦ ਨਾ ਹੁੰਦਾ, ਜੇ ਵੱਡਾ ਐਕਸੀਡੈਂਟ ਨਾ ਹੁੰਦਾ, ਅਤੇ ਰੋਡ ਲਾਈਕ ਮੋਰਿਓਂ ਹੈਵੀ ਸਨੋ ਦਾ ਕਰਕੇ ਪਹਾੜੀ ਨਾ ਡਿੱਗਦੀ ਜੋ ਵੀ ਹੈ ਨਾ, ਅਤੇ ਉਹਦਾ ਕਰਕੇ ਤੁਸੀਂ 2 ਘੰਟੇ ਐਕਸਟਰਾ ਡਰਾਈਵ ਕਰ ਸਕਦੇ ਆ। ਪਹਿਲਾਂ ਇਹ ਹੁੰਦੀ ਸੀਗੀ, ਉਹ ਉਦੋਂ ਅਪਲਾਈ ਹੁੰਦਾ ਮੰਨ ਲਓ ਜਿਹੜੇ ਡਿਸਪੈਚਰ ਨੇ ਤੁਹਾਨੂੰ ਡਿਸਪੈਚ ਕੀਤਾ ਆ, ਉਹਨੂੰ ਉਹ ਚੀਜ਼ ਦਾ ਪਤਾ ਨਹੀਂ ਸੀ ਆਪਣੇ ਡਿਸਪੈਚ ਕਰਨ ਤੋਂ ਪਹਿਲਾਂ। ਮੰਨ ਲਓ ਉਹਨੇ ਤੁਹਾਨੂੰ ਸੈਕਰਾਮੈਂਟੋ ਤੋਂ ਪੋਰਟਲੈਂਡ ਡਿਸਪੈਚ ਕੀਤਾ, ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਵੀਡ ਆ ਉੱਥੇ ਰੋਡ ਬੰਦ ਆ, ਕਿਉਂਕਿ ਉਦੋਂ ਖੁੱਲ੍ਹਾ ਸੀਗਾ, ਸਾਰਾ ਕੁਛ ਕਲੀਅਰ ਸੀਗਾ। ਬਟ ਜਦੋਂ ਤੁਸੀਂ ਚਲਾਉਣਾ ਸ਼ੁਰੂ ਕਰਤਾ ਅਤੇ ਉੱਥੇ ਲਾਗੇ ਗਏ ਆ ਅਤੇ ਰੋਡ ਬੰਦ ਆ, ਉਹ 2 ਘੰਟੇ ਲਈ ਬੰਦ ਰਿਹਾ, ਅਤੇ ਉੱਥੇ ਉਹ ਤੁਸੀਂ ਯੂਜ਼ ਕਰ ਸਕਦੇ ਆ। ਬਟ ਇਹ ਚੀਜ਼ਾਂ ਬਹੁਤ ਟ੍ਰਿਕੀ ਹੁੰਦੀਆਂ, ਬਹੁਤ ਨੌਲੇਜ ਰਿਕੁਆਇਰ ਕਰ ਸਕਦੀਆਂ, ਸੋ ਜਿੰਨਾ ਹੋ ਸਕੇ ਅਵੋਇਡ ਕਰੋ। ਅਤੇ ਜੇ ਤੁਸੀਂ ਬਾਹਲੀ ਨੌਲੇਜ ਇਕੱਠੀ ਕਰ ਸਕਦੇ ਆ, ਤੁਸੀਂ ਪੂਰੀ ਪਾਵਰ ਨਾਲ ਯੂਜ਼ ਕਰ ਸਕਦੇ ਆ ਲੀਗਲੀ, ਅਤੇ ਜ਼ਰੂਰ ਕਰੋ।
ਬਟ ਇਹ ਕਾਫੀ ਟ੍ਰਿਕੀ ਹੁੰਦਾ ਇਹ, ਹਾਰਡ ਟੂ ਅੰਡਰਸਟੈਂਡ ਹੁੰਦਾ। ਕਈ ਵੇਲੇ ਸਕੇਲ ਵਾਲੇ ਦੀ ਅੰਡਰਸਟੈਂਡਿੰਗ ਡਿਫਰੈਂਟ ਹੁੰਦੀ ਆ, ਬਟ ਲੀਗਲ ਟੂਲ ਆ, ਤੁਸੀਂ ਇਹ ਯੂਜ਼ ਕਰ ਸਕਦੇ ਆ। ਦੂਜਾ ਪੋਰਸ਼ਨ ਕੀ ਆ, ਅੱਗੇ ਕੀ ਹੁੰਦਾ ਸੀਗਾ, ਜੇ ਐਡਵਰਸ ਡਰਾਈਵਿੰਗ ਕੰਡੀਸ਼ਨ ਆ ਉਹਦੇ ਵਿੱਚ 2 ਘੰਟੇ ਤੁਹਾਡੇ ਡਰਾਈਵ ਦੇ ਵੱਜ ਜਾਂਦੇ ਸੀ, 14 ਘੰਟੇ ਦਾ ਕਲਾਕ ਨਹੀਂ ਸੀ ਵੱਧਦਾ। ਇਹ ਬਹੁਤ ਜ਼ਰੂਰੀ ਗੱਲ ਹੈ ਕਿ ਇਹ ਡਿਫਰੈਂਸ ਆ ਨਵੇਂ 'ਚ। 2 ਘੰਟੇ ਦਾ ਪਹਿਲਾਂ ਵੀ ਤੁਹਾਨੂੰ ਯੂਜ਼ ਕਰਨਾ ਅਲਾਓ ਸੀਗਾ, ਬਟ ਓਨਲੀ ਅਪ ਟੂ 14 ਆਵਰਸ ਦੀ ਵਿੰਡੋ। ਤੁਹਾਡੀ 14 ਆਵਰਸ ਦੀ ਵਿੰਡੋ ਨਹੀਂ ਸੀ ਚੇਂਜ ਹੁੰਦੀ। ਮੰਨ ਲਓ ਤੁਸੀਂ 2 ਘੰਟੇ ਲਾਤੇ ਲੋਡ ਚੱਕਣ ਨੂੰ, ਰਾਈਟ, ਅਤੇ 11 ਘੰਟਿਆਂ ਦੀ ਤੁਹਾਡੀ ਡਰਾਈਵ ਬਣਨੀ ਸੀ, ਰਾਈਟ, ਉੱਤੇ ਆਪਣੇ ਅਤੇ ਅੱਧੇ ਘੰਟੇ ਦੀ ਤੁਹਾਡੀ ਪ੍ਰੀ ਟ੍ਰਿਪ ਪੈਣੀ ਸੀ, ਅੱਧੇ ਘੰਟੇ ਦਾ ਫਿਊਲ ਪੈਣਾ ਸੀਗਾ, ਉਹ 14 ਘੰਟੇ ਹੋ ਗਏ ਤੁਹਾਡੇ ਉੱਥੇ, ਰਾਈਟ। ਅਤੇ ਐਡਵਰਸ ਡਰਾਈਵਿੰਗ ਕੰਡੀਸ਼ਨ ਉੱਥੇ ਯੂਜ਼ ਕਰਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਸੀ ਹੋਣਾ, ਕਿਉਂਕਿ ਤੁਹਾਡੇ 14 ਘੰਟੇ ਦਾ ਕਲਾਕ ਨਹੀਂ ਸੀ ਚੇਂਜ ਹੋਣਾ। ਅਤੇ ਨਵੇਂ ਜਿਹੜੇ ਉਹਨਾਂ ਨੇ ਚੇਂਜ ਕੀਤੇ ਆ, ਉਹ ਕੀਤੇ ਆ ਕਿ ਜੇ ਤੁਸੀਂ ਉਹ ਯੂਜ਼ ਕਰਦੇ ਆ ਜਾਂ ਕਰਨਾ ਪੈਣਾ, ਅਤੇ ਤੁਹਾਡੇ 14 ਘੰਟੇ ਵਾਲਾ ਵੀ ਚੇਂਜ ਹੋਊਗਾ, ਮਤਲਬ ਕਿ ਤੁਹਾਨੂੰ 16 ਘੰਟੇ ਮਿਲ ਜਾਂਦੇ ਆ। ਇਹ ਇੱਕ ਨੋਟ ਕਰਨ ਵਾਲਾ ਚੇਂਜ ਆ ਕਿ ਪਹਿਲਾਂ ਵੀ ਤੁਹਾਡੇ ਕੋਲ 2 ਘੰਟੇ ਐਡਵਾਂਸ ਤੇ ਡਰਾਈਵਿੰਗ ਕੰਡੀਸ਼ਨ ਦੇ ਸੀਗੇ, ਹੁਣ ਤੁਹਾਡੇ ਕੋਲ 2 ਘੰਟੇ ਦੋਨਾਂ ਚੀਜ਼ਾਂ 'ਚ ਐਡ ਹੋ ਜਾਂਦੇ ਆ। ਤੁਹਾਡੇ 14 ਘੰਟੇ ਦਾ ਕਲਾਕ 16 ਦਾ ਹੋ ਜਾਂਦਾ, ਅਤੇ 11 ਘੰਟੇ ਡਰਾਈਵ 13 ਦੀ ਹੋ ਸਕਦੀ ਆ, ਜੇ ਤੁਹਾਨੂੰ ਉਹ ਸਿਚੁਏਸ਼ਨ 'ਚ ਯੂਜ਼ ਕਰਨਾ ਪਵੇ। ਅਤੇ ਇੱਕ ਛੋਟਾ ਜਿਹਾ ਸ਼ਾਇਦ ਐਗਜ਼ਾਮਪਲ ਹੋਊਗਾ ਜਿਹੜਾ ਇਹਨੂੰ ਜਸਟੀਫਾਈ ਕਰੂਗਾ ਕਿ ਮੰਨ ਲਓ ਤੁਸੀਂ ਡਰਾਈਵ ਕਰਨੀ ਸ਼ੁਰੂ ਕੀਤੀ, ਸਾਰਾ ਕੁਛ ਸਹੀ ਸੀਗਾ, ਤੁਸੀਂ ਅੱਗੇ ਜਾਂਦੇ ਆ ਅਤੇ ਅੱਗੇ ਜਿਹੜੀ ਰੇਂਜ ਦਾ ਕਰਕੇ ਆ ਕੋਈ ਪਹਾੜੀ ਥੱਲੇ ਆ ਗਈ ਆ, 2 ਘੰਟੇ ਬੰਦ ਰਹੀ ਰੋਡ ਕਲੀਨ ਕਰਨ ਨੂੰ, ਰਾਈਟ। ਅਤੇ ਤੁਸੀਂ ਹੁਣ ਜਿੱਥੇ ਜਾਣਾ ਸੀ, ਮੈਂ ਐਗਜ਼ਾਮਪਲ 'ਚ ਯੂਜ਼ ਕਰਦਾ ਸੈਕਰਾਮੈਂਟੋ ਟੂ ਪੋਰਟਲੈਂਡ, ਕਿਉਂਕਿ 11 ਘੰਟੇ ਬੰਦਾ ਆਰਾਮ ਨਾਲ ਪਹੁੰਚ ਜਾਂਦਾ, ਅਤੇ ਉੱਥੇ ਤੁਸੀਂ 13 ਘੰਟੇ ਦੀ ਡਰਾਈਵ ਕਰ ਸਕਦੇ ਆ, ਅਤੇ 16 ਘੰਟੇ ਦੀ ਔਨ ਡਿਊਟੀ ਹੋ ਸਕਦੀ ਹੈ, ਕਿਉਂਕਿ ਉਹ ਚੀਜ਼ ਦਾ ਤੁਹਾਨੂੰ ਪਤਾ ਨਹੀਂ ਸੀ। ਅਤੇ ਜਿੱਥੇ ਨਹੀਂ ਯੂਜ਼ ਹੋ ਸਕਦਾ, ਮੰਨ ਲਓ ਤੁਸੀਂ ਤੁਰਨ ਲੱਗਿਆ, ਤੁਹਾਨੂੰ ਇਹ ਪਤਾ ਹਾਈਵੇ I-80 ਰੀਨੋ ਬੰਦ ਆ, ਅਤੇ ਤੁਸੀਂ ਫਿਰ ਵੀ ਤੁਰ ਪਏ ਆ, ਅਤੇ ਉੱਥੇ ਨਹੀਂ ਤੁਸੀਂ ਯੂਜ਼ ਕਰ ਸਕਦੇ ਇਹ। ਅਤੇ ਉਦੋਂ ਬਾਅਦ ਆ ਗਈ ਆਪਣੀ 30 ਮਿੰਟ ਦੀ ਬ੍ਰੇਕ। ਪਹਿਲਾਂ ਕੀ ਸੀਗਾ ਕਿ 8 ਘੰਟੇ ਤੁਹਾਡੀ ਸ਼ਿਫਟ ਸਟਾਰਟ ਤੋਂ ਲੈ ਕੇ 8 ਘੰਟੇ ਤੱਕ, ਡੈਟ ਇਨਕਲੂਡ ਔਨ ਡਿਊਟੀ, ਜਿਹੜੀ ਆਪਾਂ ਸਟਾਰਟ ਦੇ ਵਿੱਚ ਪ੍ਰੀ ਟ੍ਰਿਪ ਕਰਦੇ ਹਾਂ 15 ਮਿੰਟਾਂ ਦੀ, ਅੱਧੇ ਘੰਟੇ ਦੀ, ਅਤੇ ਉਹ ਪਲੱਸ ਡਰਾਈਵਿੰਗ ਟਾਈਮ 8 ਘੰਟੇ ਤੋਂ ਜ਼ਿਆਦਾ ਨਹੀਂ ਸੀ ਹੋਣਾ ਚਾਹੀਦਾ। ਅਤੇ ਤੁਸੀਂ 8 ਘੰਟੇ ਜਾਂ ਉਦੋਂ ਪਹਿਲਾਂ 30 ਮਿੰਟ ਦੀ ਔਫ ਡਿਊਟੀ ਓਨਲੀ ਬ੍ਰੇਕ ਲੈਣੀ ਸੀ, ਜਾਂ ਸਲੀਪਰ ਬਰਥ। ਅਤੇ ਹੁਣ ਨਵੇਂ ਦੇ ਹਿਸਾਬ ਨਾਲ ਕੀ ਆ ਕਿ 8 ਘੰਟੇ ਡਰਾਈਵ ਕਰਨ ਤੋਂ ਬਾਅਦ, ਡਰਾਈਵ ਕਰਨ ਤੱਕ, ਅਤੇ ਜਾਂ ਜਦੋਂ 8 ਘੰਟੇ ਡਰਾਈਵ ਦੇ ਪੂਰੇ ਹੋ ਜਾਂਦੇ ਆ, ਅਤੇ ਜਾਂ ਉਦੋਂ ਪਹਿਲਾਂ ਤੁਸੀਂ ਅੱਧੇ ਘੰਟੇ ਦੀ ਬ੍ਰੇਕ ਲੈਣੀ ਆ। ਇਹ ਔਨ ਡਿਊਟੀ ਹੋ ਸਕਦੀ ਆ, ਔਫ ਡਿਊਟੀ ਹੋ ਸਕਦੀ ਆ, ਸਲੀਪਰ ਬਰਥ ਹੋ ਸਕਦੀ ਆ, ਉਹ ਜਾਂ ਤਿੰਨੋਂ ਮਿਲਾ ਕੇ ਅੱਧੇ ਘੰਟਾ ਹੋ ਸਕਦਾ ਆ। ਪਹਿਲਾਂ ਨਾਲੋਂ ਵੱਡਾ ਡਿਫਰੈਂਸ ਇਹ ਆ ਕਿ ਪਹਿਲਾਂ ਤੁਹਾਡੀ ਜਿੱਦਾਂ ਪ੍ਰੀ ਟ੍ਰਿਪ ਆ ਉਹ ਵੀ ਕਾਊਂਟ ਹੁੰਦੀ ਸੀ 8 ਘੰਟਿਆਂ 'ਚ, ਅਤੇ ਪਲੱਸ ਫਿਰ ਡਰਾਈਵ ਟਾਈਮ। ਹੁਣ ਕੀ ਆ ਕਿ ਪ੍ਰੀ ਟ੍ਰਿਪ ਨਹੀਂ ਹੁੰਦੀ, ਓਨਲੀ ਜਿਹੜੀ ਤੁਸੀਂ ਡਰਾਈਵ ਕਰਦੇ ਹੋ 8 ਘੰਟਿਆਂ ਤੋਂ ਲਗਾਤਾਰ ਜ਼ਿਆਦਾ ਨਹੀਂ ਕਰ ਸਕਦੇ, ਤੁਹਾਨੂੰ ਅੱਧੇ ਘੰਟੇ ਦੀ ਬ੍ਰੇਕ ਪਾਉਣੀ ਪੈਣੀ ਆ। ਬ੍ਰੇਕ ਦਾ ਮਤਲਬ ਕੀ ਆ ਕਿ ਅੱਧਾ ਘੰਟਾ ਡਰਾਈਵ ਕਰਨ ਤੋਂ ਰੁਕਣਾ ਪੈਣਾ। ਉਹ ਔਨ ਡਿਊਟੀ ਹੋ ਸਕਦਾ ਆ, ਔਫ ਡਿਊਟੀ ਹੋ ਸਕਦਾ, ਸਲੀਪਰ ਹੋ ਸਕਦਾ, ਜਾਂ ਤਿੰਨੇ ਹੀ ਮਿਲਾ ਕੇ ਅੱਧਾ ਘੰਟਾ ਹੋ ਸਕਦਾ, ਐਜ਼ ਲੌਂਗ ਐਜ਼ ਇਹ ਡਰਾਈਵ ਟਾਈਮ ਨਹੀਂ ਗਾ। ਅਤੇ ਜਿਹੜਾ ਸਪਲਿਟ ਸਲੀਪਰ ਬਰਥ ਆ, ਉਹਨਾਂ ਨੇ ਮਿਨੀਮਮ 8 ਐਂਡ 2 ਤੋਂ 8 ਘੰਟੇ ਤੋਂ 2 ਤੋਂ ਲੈ ਕੇ ਉਹਨਾਂ ਨੇ ਹੁਣ 7, 3 ਜਾਂ ਕਿਸੇ ਵੀ ਹਿਸਾਬ ਨਾਲ ਤੁਸੀਂ 10 ਘੰਟੇ ਬਣਾ ਸਕਦੇ ਆ, ਕਿ ਘੱਟੋ ਘੱਟ ਜਿਹੜਾ ਇੱਕ ਪੀਰੀਅਡ ਆ, ਜਿਹੜਾ ਵੱਡਾ ਪੀਰੀਅਡ ਆ, ਉਹ 7 ਘੰਟੇ ਦਾ ਮਿਨੀਮਮ ਹੋਣਾ ਚਾਹੀਦਾ। 7.5 ਘੰਟੇ 2.5 ਘੰਟੇ ਹੋ ਸਕਦੇ, 8 ਘੰਟੇ 2 ਘੰਟੇ ਹੋ ਸਕਦੇ, 8.5 ਘੰਟੇ ਹੋ ਸਕਦੇ। ਸੋਰੀ, ਲਾਸਟ ਵਾਲਾ ਸੀਗਾ ਕਿ ਆਪਣੇ 7 ਘੰਟੇ ਮਿਨੀਮਮ ਹੋ ਗਿਆ, 1-2 ਘੰਟੇ ਮਿਨੀਮਮ ਹੋ ਗਿਆ। ਉਦੋਂ ਬਾਅਦ ਤੁਸੀਂ ਕਿਸੇ ਵੀ ਹਿਸਾਬ ਨਾਲ 10 ਬਣਾ ਸਕਦੇ। ਮੰਨ ਲਓ ਤੁਸੀਂ 7.5 ਘੰਟੇ ਸਲੀਪਰ 'ਚ ਪਾਏ ਆ, ਦੂਜਾ ਤੁਸੀਂ 2.5 ਘੰਟੇ ਦਾ ਕੱਢ ਸਕਦੇ ਆ, ਉਹ ਵੀ ਲੀਗਲ ਆ। ਇੱਕ ਤੁਸੀਂ 8 ਘੰਟੇ ਦੀ ਬ੍ਰੇਕ ਪਾਈ ਆ, ਦੂਜੀ 2 ਘੰਟੇ ਦੀ ਪਾ ਸਕਦੇ ਆ, ਉਹ ਵੀ ਲੀਗਲ ਆ।
ਤੇ ਇੱਕ ਤੁਸੀਂ 7 ਦੀ ਪਾਈ ਆ, ਦੂਜੀ 3 ਦੀ ਪਾ ਸਕਦੇ ਆ, ਉਹ ਵੀ ਲੀਗਲ ਆ। ਰਿਕੁਆਇਰਮੈਂਟ ਇਹ ਆ ਕਿ ਇੱਕ ਪੀਰੀਅਡ 7 ਘੰਟੇ ਦਾ ਅਤੇ ਦੂਜਾ ਮਿਨੀਮਮ 2 ਘੰਟੇ ਦਾ, ਯਾਨੀ ਕਿ ਮਿਨੀਮਮ 7 ਅਤੇ ਮਿਨੀਮਮ 2 ਹੋਣੇ ਚਾਹੀਦੇ ਆ ਉਹਦੇ ਵਿੱਚ, ਬਟ ਟੋਟਲ 10 ਘੰਟੇ ਹੋਣੇ ਚਾਹੀਦੇ ਆ। ਮਤਲਬ 8 ਐਂਡ 2 7 ਐਂਡ 3 7.5 ਐਂਡ 2.5 ਔਰ 8 ਐਂਡ 2 ਲਾਈਕ 10 ਘੰਟੇ ਪੂਰੇ ਕਰਨੇ ਆ। ਅਤੇ ਹੁਣ ਇਹਦੇ ਵਿੱਚ ਇੱਕ ਨਵੀਂ ਚੀਜ਼ ਕੀ ਆ ਕਿ ਜੇ ਤੁਸੀਂ 2 ਘੰਟੇ ਉਸ ਸਲੀਪਰ ਬਰਥ ਲਈ ਆਪਣੇ ਸਪਲਿਟ ਸਲੀਪਰ ਲਈ ਯੂਜ਼ ਕਰਦੇ ਆ, ਉਹ 2 ਘੰਟੇ ਤੁਹਾਡੇ 14 ਘੰਟਿਆਂ 'ਚੋਂ ਘੱਟਦੇ ਨਹੀਂ ਗੇ। ਮਤਲਬ ਕਿ ਪਹਿਲਾਂ ਮੰਨ ਲਓ ਤੁਸੀਂ 8 ਘੰਟੇ ਕੱਢੇ, ਰਾਈਟ, 8 ਘੰਟੇ ਕੱਢ ਕੇ ਤੁਸੀਂ ਔਨ ਡਿਊਟੀ ਆ ਗਏ ਆ, ਲੋਡ ਲਾਇਆ, ਮੁੜ ਕੇ 2 ਘੰਟੇ ਲੱਗ ਗਏ ਤਾਂ ਲੋਡ ਲਾਉਂਦਿਆਂ ਨੂੰ, ਮੁੜ ਕੇ ਤੁਸੀਂ 2 ਘੰਟੇ ਫਿਰ ਆਫ ਡਿਊਟੀ ਚੱਲ ਗਏ ਆ ਆਪਣੀ ਬੁੱਕ ਰੀਸੈਟ ਕਰਨ ਨੂੰ। ਹੁਣ ਜਿਹੜੇ ਉਹ 2 ਘੰਟੇ ਵੀ ਸੀਗੇ ਪੁਰਾਣੇ ਰੂਲ ਦੇ ਹਿਸਾਬ ਨਾਲ, ਉਹ ਤੁਹਾਡੇ 14 ਘੰਟਿਆਂ 'ਚ ਕਾਊਂਟ ਹੁੰਦੇ ਸੀਗੇ, ਬਟ ਨਵੇਂ ਰੂਲ ਦੇ ਹਿਸਾਬ ਨਾਲ ਜੇ ਤੁਸੀਂ 8 ਘੰਟੇ ਕੱਢ ਕੇ ਮੁੜ ਕੇ ਔਨ ਡਿਊਟੀ ਆਉਂਦੇ ਆ, ਫਿਰ 2 ਘੰਟੇ ਆਫ ਡਿਊਟੀ ਕੱਢਦੇ ਆ ਜਾਂ ਸਲੀਪਰ ਕੱਢਦੇ ਆ, ਉਹ ਤੁਹਾਡੇ 14 ਘੰਟਿਆਂ 'ਚ ਕਾਊਂਟ ਨਹੀਂ ਹੁੰਦੇ। ਇਹ ਜ਼ਿਆਦਾ ਇਹ ਵੱਡਾ ਫਰਕ ਆ। ਆ ਸਪਲਿਟ ਦਾ ਆਪਣੇ ਐਗਜ਼ਾਮਪਲ ਹੈਗਾ। ਹੁਣ ਮੈਂ ਥੋੜ੍ਹੇ ਐਗਜ਼ਾਮਪਲ ਸ਼ੋ ਕਰੂੰਗਾ ਆਪਣੇ। ਇਹਦਾ ਮੇਨ ਚੀਜ਼ ਆ ਕਿ ਲੈਂਗੁਏਜ ਜਿਹੜੀ ਯੂਜ਼ ਹੋਈ ਆ ਦੇਖੋ, ਵੈਨ ਯੂਜ਼ਡ ਟੁਗੈਦਰ ਨੀਦਰ ਪੀਰੀਅਡ ਕਾਊਂਟਸ ਅਗੇਂਸਟ ਦ 14 ਆਵਰ ਡਰਾਈਵਿੰਗ ਵਿੰਡੋ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਦੋਨੇ ਪੀਰੀਅਡ ਤੁਸੀਂ ਸਪਲਿਟ ਸਲੀਪਰ ਲਈ ਯੂਜ਼ ਕਰਦੇ ਆ, ਮਤਲਬ ਆਪਣੀ 10 ਘੰਟੇ ਦੀ ਬ੍ਰੇਕ ਰੀਸੈਟ ਕਰਨ ਲਈ ਯੂਜ਼ ਕਰਦੇ ਆ, ਤਾਂ ਤੁਹਾਡਾ ਇਹ ਅਕਾਊਂਟ ਨਹੀਂ ਹੋਊਗਾ 14 ਘੰਟੇ ਦੀ ਬ੍ਰੇਕ ਦੇ ਅਗੇਂਸਟ, 14 ਘੰਟੇ ਦੇ ਕਲਾਕ ਦੇ ਅਗੇਂਸਟ। ਅਤੇ ਜਿਹੜਾ ਸਪਲਿਟ ਆ ਤੁਸੀਂ ਕਿਸੇ ਹਿਸਾਬ ਨਾਲ ਵੀ ਲੈ ਸਕਦੇ, ਜ਼ਰੂਰੀ ਨਹੀਂ ਗਾ ਤੁਸੀਂ 8 ਅਤੇ 2 ਘੰਟੇ, ਯਾਨੀ ਕਿ 8 ਘੰਟੇ ਸਲੀਪਰ 2 ਘੰਟੇ ਆਫ ਡਿਊਟੀ ਕਰਨੀ ਆ। ਉਹ ਕਹਿੰਦੇ ਆ ਅਲਾਉਜ਼ drivers to split 10 hour duty period as long as one off duty period is at least 2 hours, other is 7, but you still have to do 10 hours. It is at minimum ਵੀ ਇੰਨੇ ਘੰਟੇ ਤੁਹਾਨੂੰ ਹੋਣੇ ਚਾਹੀਦੇ ਆ। ਮਤਲਬ ਕੀ ਆ ਕਿ ਐਟ ਮਿਨੀਮਮ 2 ਘੰਟੇ ਇੱਕ ਬ੍ਰੇਕ ਦੇ ਹੋਣੇ ਚਾਹੀਦੇ ਆ, ਅਤੇ ਦੂਜੀ ਦੇ ਮਿਨੀਮਮ 7 ਹੋਣੇ ਚਾਹੀਦੇ ਆ, ਅਤੇ ਟੋਟਲ 10 ਹੋਣੇ ਚਾਹੀਦੇ ਆ। ਹੁਣ ਉਹ ਕਿੱਦਾਂ ਹੋਊਗੇ? ਮੰਨ ਲਓ ਤੁਸੀਂ 7 ਕੱਢੇ ਫਿਰ 3 ਕੱਢਣੇ ਆ, ਉਹ 10 ਹੋ ਗਏ। ਤੁਸੀਂ 8 ਕੱਢੇ ਫਿਰ 2 ਕੱਢਣੇ ਆ, ਉਹ 10 ਹੋ ਗਏ। ਤੁਸੀਂ 7.5 ਕੱਢੇ ਫਿਰ 2.5 ਕੱਢਣੇ ਆ, ਉਹ 10 ਹੋ ਗਏ। ਅਤੇ ਤੁਸੀਂ ਆਪਣੇ 9.5 ਕੱਢ ਕੇ 1.5 ਨਹੀਂ ਕੱਢ ਸਕਦੇ, ਇਹ ਗਲਤ ਆ। ਅਤੇ ਤੁਸੀਂ ਆਪਣੇ 9 ਕੱਢ ਕੇ 1 ਵੀ ਨਹੀਂ ਕੱਢ ਸਕਦੇ, ਇਹ ਵੀ ਗਲਤ ਆ। ਯਾਨੀ ਕਿ ਮਿਨੀਮਮ 2 ਘੰਟੇ ਦੇ ਹੋਣੀ ਆ ਅਤੇ 7 ਘੰਟੇ ਵੀ ਹੋਣੀ ਚਾਹੀਦੀ ਆ। ਇਹ ਹੋ ਸਕਦੇ ਆ 7 3 8 2 7.5 2.5। ਅਤੇ ਤੁਹਾਨੂੰ ਮੈਂ ਐਗਜ਼ਾਮਪਲ ਦਿਖਾਉਣਾ ਆ FMCSA ਦੇ ਐਗਜ਼ਾਮਪਲ। ਪਹਿਲਾ ਐਗਜ਼ਾਮਪਲ ਦੇਖੋ, ਡਰਾਈਵਰ ਨੇ ਯੂਜ਼ ਕੀਤਾ 7 ਐਂਡ 3 ਦਾ ਰੂਲ। 7 ਐਂਡ 3 ਦਾ ਰੂਲ ਕੀਤਾ। ਆ ਦੇਖੋ ਇੱਥੇ ਆਇਆ, ਉਹ ਔਨ ਡਿਊਟੀ ਤੋਂ ਆਇਆ ਪਹਿਲਾਂ ਇਹ ਮੰਨ ਲਓ ਉਹਨੇ ਐਗਜ਼ਾਮਪਲ ਹੀ ਰੱਖਿਆ ਹੋਇਆ, 1 ਤੋਂ 7 ਉਹਨੇ ਡਰਾਈਵ ਕੀਤੀ, 7 ਘੰਟੇ ਡਰਾਈਵ ਹੋ ਗਈ, 3 ਘੰਟੇ ਚੱਲ ਗਿਆ ਆਫ ਡਿਊਟੀ, 7 ਤੋਂ ਲੈ ਕੇ 10 ਤੱਕ 3 ਘੰਟੇ ਆਫ ਡਿਊਟੀ ਚੱਲ ਗਿਆ। ਫਿਰ ਔਨ ਡਿਊਟੀ ਆਇਆ, ਉਹਨੇ ਲੋਡ ਲਾਇਆ ਆਪਣਾ 2 ਘੰਟੇ ਅਤੇ ਮੁੜ ਕੇ ਡਰਾਈਵ ਕਰਨੀ ਸ਼ੁਰੂ ਕਰਤੀ। ਉਹਨੇ ਆਪਣੀ ਡਰਾਈਵ ਕੀਤੀ, ਡਰਾਈਵ ਕਰਕੇ ਉਹ ਸਲੀਪਰ 'ਚ ਚੱਲ ਗਿਆ 7 ਘੰਟੇ, 5 ਤੋਂ ਲੈ ਕੇ 12 7 ਘੰਟੇ ਹੋ ਗਏ ਟੋਟਲ। ਆਹ 3 ਲੈ ਕੇ ਆਹ 3 ਲੈ ਕੇ ਆਹ 3 ਘੰਟੇ ਵਾਲਾ ਅਤੇ ਆਹ 7 ਘੰਟੇ ਵਾਲਾ, ਉਹਦੀ 14 ਘੰਟੇ ਦੇ ਕਲਾਕ ਦੇ ਅਗੇਂਸਟ ਨਹੀਂ ਯੂਜ਼ ਹੋਊਗਾ, ਕਿਉਂਕਿ ਉਹਨੇ ਸ਼ਿਫਟ ਰੀਸੈਟ ਹੀ ਕਰ ਲਈ ਆ। ਕਿਉਂਕਿ ਇਹ ਐਟਲੀਸਟ 3 ਘੰਟੇ ਦੀ ਇਹ ਆ, 7 ਘੰਟੇ ਦੀ ਇਹ, 10 ਘੰਟੇ ਹੋ ਗਏ। ਇਹ ਕੋਈ ਵੀ ਆਹ ਬ੍ਰੇਕ ਉਹਦੇ 14 ਘੰਟਿਆਂ ਦੇ ਅਗੇਂਸਟ ਨਹੀਂ ਯੂਜ਼ ਹੋਊਗੀ। ਇਸ ਕਰਕੇ ਵਾਇਓਲੇਸ਼ਨ ਨਹੀਂ ਗੀ, ਕਿਉਂਕਿ ਜਦੋਂ ਡੇ 2 'ਚ ਜਾਂਦਾ ਆ ਦੇਖੋ ਉਹ 12 ਵਜੇ ਔਨ ਡਿਊਟੀ ਆ ਜਾਂਦਾ ਆ, 12 ਵਜੇ ਔਨ ਡਿਊਟੀ ਆ ਗਿਆ, ਮੁੜ ਕੇ ਉੱਪਰ ਚਲ ਗਿਆ ਉਹ ਡਰਾਈਵ ਵਿੱਚ, ਅਤੇ ਫਿਰ 7 'ਚ ਜਾ ਕੇ ਉਹਨੇ 2 ਘੰਟੇ ਦੀ ਆਫ ਡਿਊਟੀ ਲੈ ਲਈ। ਆਫ ਡਿਊਟੀ ਲੈ ਕੇ ਥੱਲੇ ਔਨ ਡਿਊਟੀ ਆ ਗਿਆ, ਡਰਾਈਵ ਚਲ ਗਿਆ। ਇੱਥੇ ਜਾ ਕੇ ਉਹਨੇ 8 ਘੰਟੇ ਦੀ ਬ੍ਰੇਕ ਲੈ ਲਈ। ਆ ਦੇਖੋ 2
ਐਂਡ 8 10 ਹੋ ਗਏ। ਇਹ ਵੀ ਵਾਇਓਲੇਸ਼ਨ ਨਹੀਂਗੀ। ਹੁਣ ਇੱਥੇ ਤਾਂ ਐਗਜ਼ਾਮਪਲ ਹੈ ਨਹੀਂ ਗਾ, ਬਟ ਮੈਂ ਤੁਹਾਨੂੰ ਉੱਦਾਂ ਵਰਬਲੀ ਦੱਸ ਦਿੰਦਾ ਆ ਕਿੱਥੇ ਵਾਇਓਲੇਸ਼ਨ ਹੋ ਸਕਦੀ ਸੀਗੀ। ਉਹ ਤਾਂ ਚਲੋ ਤੁਹਾਡੀ ਈਐਲਡੀਆਂ ਨੇ ਦੱਸ ਹੀ ਦੇਣਾ, ਬਟ ਡਰਾਈਵਰ ਦੀ ਪਲੈਨਿੰਗ ਲਈ ਕਿੱਥੇ ਵਾਇਓਲੇਸ਼ਨ ਹੋ ਸਕਦੀ ਸੀਗੀ ਉਹ ਮੈਂ ਤੁਹਾਨੂੰ ਦਿਖਾਉਣਾ। ਇੱਥੇ ਵਾਇਓਲੇਸ਼ਨ ਕਿੱਥੇ ਹੋ ਸਕਦੀ ਸੀ ਆਪਣੇ ਆਉਣ ਇੱਥੇ 3-7 ਕਰ ਲਿਆ, ਠੀਕ ਆ, ਕਿਤੇ ਨਹੀਂ ਹੋਈ ਯੂਸ ਇਹ, ਅਤੇ ਮੁੜ ਕੇ ਇੱਥੇ ਆ ਗਿਆ। ਇੱਥੇ ਕਰਕੇ ਉਹਨੇ ਆਹ 2 ਘੰਟੇ ਦੀ ਬ੍ਰੇਕ ਕੱਢੀ, ਉਦੋਂ ਬਾਅਦ ਡਰਾਈਵ ਕਰਦਾ ਰਿਹਾ, ਉਹਨੇ ਆਪਣੀ 8 ਘੰਟੇ ਦੀ ਨਹੀਂ ਕੱਢੀ, ਰਾਈਟ। ਅਤੇ ਸੋਚ ਲਿਆ ਕਿ ਆਹ ਜਿਹੜੀ 2 ਘੰਟੇ ਦੀ ਬ੍ਰੇਕ ਹੈ ਮੇਰੇ 14 ਘੰਟੇ 'ਚ ਨਹੀਂ ਕਾਊਂਟ ਹੋਊਗੀ। ਇਹ ਗੱਲ ਗਲਤ ਹੈ। ਇਹ ਉਦੋਂ ਹੀ ਕਾਊਂਟ ਤੁਹਾਡੇ 14 ਘੰਟੇ 'ਚ ਨਹੀਂ ਹੋਣੀ ਜਦੋਂ ਇਹ ਕੰਬਾਈਨ ਕੀਤੀ ਆ ਦੂਜੇ ਪੀਰੀਅਡ ਨਾਲ, ਨਹੀਂ ਤਾਂ ਕਾਊਂਟ ਜ਼ਰੂਰ ਹੋਊਗੀ ਇਹ। ਕਿ 30 ਮਿੰਟ ਦਾ ਐਗਜ਼ਾਮਪਲ ਆ ਪੁਰਾਣਾ ਆ। ਪਹਿਲਾਂ ਕੀ ਸੀਗਾ ਕਿ ਤੁਸੀਂ ਆਫ ਡਿਊਟੀ 30 ਮਿੰਟ ਦੀ ਬ੍ਰੇਕ ਲੈਣੀ ਆ, ਆਫ ਔਰ ਸਲੀਪਰ ਓਨਲੀ। ਹੁਣ ਉਹਨੂੰ ਤੁਸੀਂ ਆਫ ਵੀ ਪਾ ਸਕਦੇ ਆ, ਸਲੀਪਰ ਵੀ ਪਾ ਸਕਦੇ ਆ, ਔਨ ਡਿਊਟੀ ਵੀ ਪਾ ਸਕਦੇ ਆ। ਮੰਨ ਲਓ ਤੁਸੀਂ 20 ਮਿੰਟ ਫਿਊਲ ਪਾਉਣ ਨੂੰ ਲਾਤੇ, 10 ਮਿੰਟ ਆਫ ਡਿਊਟੀ ਕੱਢ ਕੇ ਤੁਹਾਡੀ ਸੈਟਿਸਫਾਈ ਹੋ ਗਈ ਆ, ਤੁਸੀਂ ਚੱਲ ਸਕਦੇ ਆ। ਆ ਇੱਕ ਐਗਜ਼ਾਮਪਲ ਆ ਡਿਵਰਸ ਡਰਾਈਵਿੰਗ ਕੰਡੀਸ਼ਨ ਦਾ। ਇਹਨੂੰ ਬਸ ਆਹੀ ਸਾਈਨ ਨਾ ਸਮਝੋ ਕਿ ਆ ਬ੍ਰਿਜ 'ਤੇ ਹੀ ਇਹ ਕੰਮ ਹੋ ਸਕਦਾ, ਕਿਤੇ ਵੀ ਹੋ ਸਕਦਾ ਹੈ। ਇਹ ਐਗਜ਼ਾਮਪਲ ਆ। ਉਹਨਾਂ ਨੇ ਕਿਹਾ ਕਿ ਮੰਨ ਲਓ ਜਿੱਦਾਂ ਹੁਣ ਡਰਾਈਵਰ ਆਲਮੋਸਟ ਆਪਣੀ ਡੈਸਟੀਨੇਸ਼ਨ ਦੇ ਕੋਲ ਸੀ ਅਤੇ ਵਿਦਿਨ ਆਵਰ ਸੀਗੇ, ਬਈ ਉਹਦੇ 11 ਘੰਟੇ ਤੋਂ ਪਹਿਲਾਂ ਪਹੁੰਚ ਰਿਹਾ ਸੀ ਜਾਂ 14 ਘੰਟੇ ਤੋਂ ਪਹਿਲਾਂ ਪਹੁੰਚ ਰਿਹਾ ਸੀ, ਬਟ ਬ੍ਰਿਜ ਬੰਦ ਆ ਅਤੇ ਉੱਥੇ ਜਾਣ ਨੂੰ ਉਹੀ ਰਸਤਾ ਆ। ਅਤੇ ਉਹ ਆਪਣੇ ਆਫ ਆਪਣੇ ਸਟਾਪ ਕਰ ਸਕਦਾ ਆ, ਅਤੇ ਭਾਵੇਂ 14 ਘੰਟੇ ਦੇ ਲਾਗੇ ਹੀ ਹੋਵੇ, ਰਾਈਟ, ਸਟਾਪ ਕਰ ਸਕਦਾ ਆ। ਅਤੇ ਜਦੋਂ ਬ੍ਰਿਜ ਖੁੱਲ੍ਹੇ ਉਹ ਜਾ ਸਕਦਾ ਆ। ਅਤੇ ਈਵਨ ਜੇ ਉਹ 15ਵੇਂ ਘੰਟੇ ਚੱਲ ਜਾਵੇ ਜਾਂ 16ਵੇਂ 'ਚ ਚੱਲ ਜਾਵੇ, 16 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਅਤੇ ਜਾਂ ਉਹਦਾ ਜਿਹੜਾ ਡਰਾਈਵ ਆ ਹੌਲੀ ਹੌਲੀ ਡਰਾਈਵ ਕਰਦਾ, ਉਹਦਾ ਬਾਅਦ 'ਚੋਂ 11.5 ਘੰਟੇ ਦੀ ਡਰਾਈਵ ਹੋ ਜਾਣੀ ਆ, 13 ਘੰਟੇ ਦੀ ਹੋ ਸਕਦੀ ਆ, ਕਿਉਂਕਿ ਬ੍ਰਿਜ ਅਫੈਕਟ ਹੋਇਆ ਸੀ ਉਹਦਾ ਕਰਕੇ। ਅਤੇ ਇਹ ਚੀਜ਼ ਡਰਾਈਵਰ ਨੂੰ ਪਹਿਲਾਂ ਨਹੀਂ ਸੀ ਪਤਾ। ਇੱਥੇ ਤੁਸੀਂ 13 ਘੰਟੇ ਡਰਾਈਵ ਕਰ ਸਕਦੇ, ਅਪ ਟੂ 13 ਘੰਟੇ ਦੀ। ਅਤੇ ਮੁੜ ਕੇ ਤੁਹਾਨੂੰ ਉਹ ਲਿਖਣਾ ਪੈਣਾ ਆ। ਆ ਦੇਖੋ ਐਨੋਟੇਟ, ਮਤਲਬ ਕੀ ਆ ਕਿ ਤੁਸੀਂ ਐਨੋਟੇਟ ਪੰਜਾਬੀ 'ਚ ਹੋ ਗਿਆ ਕਿ ਉਹਦੇ ਵਿੱਚ ਤੁਸੀਂ ਮਾਰਕ ਕਰਕੇ ਲਿਖਣਾ ਆ ਕਿ ਇਹਦਾ ਕਰਕੇ ਮੈਂ ਜਿੱਦਾਂ ਕਿਸੇ ਚੀਜ਼ ਨੂੰ ਹਾਈਲਾਈਟ, ਕਿਸੇ ਚੀਜ਼ ਦੇ ਬਾਰੇ ਲਿਖਣਾ ਵੀ ਆ ਕਾਹਤੋਂ ਕੀਤਾ ਸੀਗਾ, ਉਹਦੀ ਡੀਟੇਲ ਪਾਉਣੀ ਆ। ਡੀਟੇਲਸ ਕੀ ਹੋ ਸਕਦੀ ਆ ਕਿ I-5 ਮੰਨ ਲਓ ਐਗਜ਼ਾਮਪਲ ਲਈ, I-5 ਸਾਊਥ ਬਾਊਂਡ ਮਾਈਲ ਮਾਰਕਰ 554, ਬਈ ਸੈਮੀ ਟਰੱਕ ਕ੍ਰੈਸ਼, ਰੋਡ ਕਲੋਜ਼ਡ ਫੋਰ 2 ਆਵਰਸ ਐਕਸੈਟਰਾ ਐਕਸੈਟਰਾ। ਵੀ ਤੁਸੀਂ ਇਹ ਲਿਖ ਸਕਦੇ ਕਿ ਮੰਨ ਲਓ ਹਾਈਵੇ I-5 'ਤੇ ਟਰੱਕ ਕਰੈਸ਼ ਹੋ ਗਿਆ, ਉਹਨੇ 3 ਘੰਟੇ ਲਈ ਜਾਂ 4 ਘੰਟੇ ਲਈ ਰੋਡ ਕਲੋਜ਼ ਰੱਖਿਆ, ਅਤੇ ਜੇ ਉਹ ਰੋਡ ਕਲੋਜ਼ ਨਾ ਹੁੰਦਾ ਉਹ ਕਰੈਸ਼ ਦਾ ਕਰਕੇ ਜਾਂ ਉੱਥੇ ਬ੍ਰਿਜ ਡਿੱਗ ਗਿਆ ਉਹਦਾ ਕਰਕੇ, ਅਤੇ ਤੁਸੀਂ ਆਰਾਮ ਨਾਲ ਆਪਣੇ ਲੀਗਲ ਆਵਰਸ ਦੇ ਵਿੱਚ ਜਿੱਥੇ ਤੁਸੀਂ ਜਾਣਾ ਚਾਹੁੰਦੇ ਉੱਥੇ ਪਹੁੰਚ ਜਾਣਾ ਸੀ। ਇਹ ਹੋ ਗਈ ਐਡਵਰਸ ਡਰਾਈਵਿੰਗ ਕੰਡੀਸ਼ਨ। ਮੈਂ ਕਰੈਸ਼ ਦਾ ਕਾਹਤੋਂ ਕਿਹਾ ਹੈ ਕਿ ਇੱਥੇ ਲਿਖਿਆ ਹੋਇਆ ਹੈ ਅਨਯੂਜੂਅਲ ਰੋਡ and traffic conditions, none of which were apparent on the basis of information known to the person dispatching the run। ਇਹ previous ਆ, ਹੁਣ ਤਾਂ ਡਰਾਈਵਰ ਵੀ ਇਨਕਲੂਡਡ ਹੈ ਇਹਦੇ ਵਿੱਚ। ਉਹਦਾ ਮਤਲਬ ਕੀ ਆ ਕਿ ਜਿਹੜੀ ਚੀਜ਼ ਦਾ ਪਤਾ ਨਹੀਂ ਸੀ ਡਿਸਪੈਚ ਕਰਨ ਤੋਂ ਪਹਿਲਾਂ, ਇਸ ਲਈ ਉਹ ਕਰੈਸ਼ ਵਿੱਚ ਹੋ ਸਕਦਾ ਡਿਵਰਸ ਡਰਾਈਵਿੰਗ ਕੰਡੀਸ਼ਨ 'ਚ। ਮੰਨ ਲਓ ਤੁਸੀਂ ਸੈਕਰਾਮੈਂਟੋ ਆਉਣਾ ਹੋਵੇ, ਤੁਹਾਡੇ 15 ਮਾਈਲਸ ਰਹਿੰਦੇ ਆ, ਰਾਈਟ, ਅਤੇ ਟਰੈਫਿਕ ਤੁਹਾਨੂੰ ਸੈਕਰਾਮੈਂਟੋ ਵੜਦਿਆਂ ਸਾਰੇ ਹੀ 2 ਘੰਟੇ ਦਾ ਟਰੈਫਿਕ ਲੱਗ ਗਿਆ। ਆਮ ਟਰੈਫਿਕ ਨਹੀਂ, ਜਿਹੜਾ ਤਾਂ ਹੁੰਦਾ ਹੀ ਆ। ਮੰਨ ਲਓ ਤੁਸੀਂ 4 PM ਜਾਂ 6 PM ਦੇ ਵਿੱਚ ਡਰਾਈਵ ਕਰ ਰਹੇ ਆ, ਆਮ ਟਰੈਫਿਕ ਆ ਜਿਹੜਾ ਤੁਹਾਨੂੰ ਪਤਾ ਕਿ ਡੇਲੀ ਦਾ ਕੰਮ ਆ, ਟਰੈਫਿਕ ਹੁੰਦਾ ਹੀ ਆ, ਉਹ ਐਕਸਕਿਊਜ਼ ਨਹੀਂ ਯੂਜ਼ ਹੋ ਸਕਦਾ। ਬਟ ਮੰਨ ਲਓ ਤੁਸੀਂ ਆ ਰਹੇ ਆ 12-1 ਵਜੇ ਆ, ਦੁਪਹਿਰ ਦਾ, ਖਾਲੀ ਰੋਡ ਹੁੰਦੇ ਆ, ਅਤੇ ਮੋਰੇ ਸੈਮੀ ਟਰੱਕ ਪਲਟਿਆ ਪਿਆ ਆ, ਉਹਨੇ 3 ਘੰਟੇ ਲਈ ਰੋਡ ਬੰਦ ਰੱਖਿਆ, ਅਤੇ ਤੁਹਾਡੇ ਕੋਲ ਘੰਟੇ ਬਚੇ ਸਾਰੇ 14 ਘੰਟਿਆਂ 'ਚ, ਅਤੇ ਉਹਦਾ ਕਰਕੇ ਤੁਸੀਂ ਉਹ ਐਡਵਰਸ ਯੂਜ਼ ਕਰ ਸਕਦੇ ਆ। ਉਹਦੇ ਵਿੱਚ ਨੋਟ ਲਿਖੋ ਕਿ ਆਹ ਮਾਈਲ ਮਾਰਕਰ ਆਹ ਹੋਇਆ, ਅਤੇ ਇਹਦਾ ਕਰਕੇ ਇੱਥੇ 2 ਘੰਟੇ ਲੱਗੇ, ਨਹੀਂ ਲੱਗਦੇ ਤਾਂ ਮੈਂ ਈਜ਼ੀਲੀ ਆਪਣੀ ਰਨ ਕੰਪਲੀਟ ਕਰ ਲੈਣੀ ਸੀਗੀ। ਇਹ ਕੁਛ ਚੀਜ਼ਾਂ ਨੇ, ਬਾਕੀ ਹੋਰ ਬਹੁਤ ਚੀਜ਼ਾਂ ਨੇ। ਵੀਡੀਓ ਬਹੁਤ ਲੈਂਥੀ ਹੋ ਜਾਂਦੀ ਆ, ਇੱਕ ਮੈਂ ਬਣਾ ਸਕਰੀਨ ਤੋਂ ਰਿਹਾ ਆ, ਅਤੇ ਹੋਪਫੁਲੀ ਇਹ ਸਾਰਿਆਂ ਲਈ ਹੈਲਪਫੁਲ ਹੋਵੇ। ਅਤੇ ਜਿੱਦਾਂ ਹੋਰ ਕੋਈ ਵੀਡੀਓ ਜਾਂ ਨੌਲੇਜ ਬੇਸਡ ਹੋਊਗੀ ਮੈਂ ਬਣਾਊਂਗਾ, ਅਤੇ ਸ਼ਾਇਦ
ਜਿਨ੍ਹਾਂ ਨੂੰ ਪਤਾ ਆ ਉਹ ਤਾਂ ਵਧੀਆ ਗੱਲ ਹੈ, ਜਿਨ੍ਹਾਂ ਨੂੰ ਨਹੀਂ ਸੀ ਪਤਾ ਸ਼ਾਇਦ ਕੁਛ ਨਵਾਂ ਪਤਾ ਲੱਗ ਜਾਵੇ, ਜੇ ਪਤਾ ਵੀ ਸੀ ਸ਼ਾਇਦ ਕੁਛ ਕਲੈਰੀਫਿਕੇਸ਼ਨ ਇਹ ਤੋਂ ਮਿਲ ਗਈ ਹੋਵੇ ਕਿ ਕਈ ਲੋਕਾਂ ਨੂੰ ਕਨਫਿਊਜ਼ਨ ਹੋਵੇ ਅਤੇ ਉਹ ਮਾੜਾ ਮੋਟਾ ਸ਼ਾਇਦ ਕਲੀਅਰ ਹੋਇਆ ਹੋਵੇ। ਅਤੇ ਇਹ ਇਨਫੋਰਮੇਸ਼ਨ ਮੈਂ ਸਾਰੀ ਕੋਈ ਪ੍ਰਾਈਵੇਟ ਵੈਬਸਾਈਟ ਤੋਂ ਹੀ ਲੈ ਰਿਹਾ। ਇਹ FMSCA ਦਾ ਆਪਣੇ ਉਹਨਾਂ ਦੀ ਵੈਬਸਾਈਟ ਆ, ਲੀਗਲ ਗੌਰਮੈਂਟ ਦੀ, ਉੱਥੋਂ ਆਈ ਆ। ਸੋ ਵੈਲਿਡ ਇਨਫੋਰਮੇਸ਼ਨ ਆ, ਕੋਈ ਫੇਸਬੁੱਕ ਦੇ ਕਮੈਂਟ ਨਹੀਂ ਗਏ ਜਾਂ ਹੋਰ ਕੁਛ ਨਹੀਂ ਗਾ, ਇਹ ਵਧੀਆ ਇਨਫੋਰਮੇਸ਼ਨ ਤੋਂ ਆਈ ਹੈ। ਅੱਛਾ, ਇੱਕ ਲਾਸਟ 'ਚ ਐਡ ਕਰਨਾ ਸੀਗਾ, FMCS ਨੇ ਪਹਿਲਾਂ ਸੋਚਿਆ ਸੀਗਾ ਕਿ 14 ਘੰਟੇ ਦਾ ਕਲਾਕ ਪਾਸ ਕਰ ਦਿੱਤਾ ਜਾਵੇ ਜੇ ਡਰਾਈਵਰ ਮਿਨੀਮਮ 3 ਘੰਟੇ ਸਲੀਪਰ 'ਚ ਜਾਂਦਾ ਜਾਂ ਆਫ ਡਿਊਟੀ ਜਾਂਦਾ ਆ। ਉਹ ਸੋਚਿਆ ਸੀਗਾ ਬਟ ਇਹਨਾਂ ਨੇ ਇਨਕਲੂਡ ਨਹੀਂ ਕੀਤਾ, ਇਸ ਲਈ ਇੱਥੇ ਬਹੁਤ ਪੇ ਅਟੈਂਸ਼ਨ ਕਰਿਓ ਕਿ ਉਹ ਇਨਕਲੂਡ ਨਹੀਂ ਕੀਤਾ। ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ, ਉਹ ਇੱਥੇ ਆ, ਏਜੰਸੀ excludes from the final rule is proposal to allow single off-duty period of up to 3 hours to be excluded from 14-hour driving window for reasons explained later in the document। ਇਹਦਾ ਕੀ ਮਤਲਬ ਹੈ ਕਿ ਏਜੰਸੀ ਨੇ ਉਹ ਜਿਹੜੇ 3 ਘੰਟੇ ਦਾ 14 ਘੰਟੇ ਪਾਸ ਕਰਨ ਵਾਲਾ ਰੂਲ ਸੀਗਾ ਉਹ ਨਹੀਂ ਅਲਾਓ ਕੀਤਾ ਸੈਪਟੰਬਰ 29 ਵਾਲਿਆਂ 'ਚ। ਉਹ ਤੁਹਾਨੂੰ ਮੈਂ ਥੱਲੇ ਦਿਖਾਉਣਾ। ਉਹਦਾ ਰੀਜ਼ਨ ਕਿਹਾ ਕਿ ਬਹੁਤ ਸਾਰੀਆਂ ਪਟੀਸ਼ਨ ਆਈਆਂ ਜਾਂ ਦੇਖੋ, ਓਇਡਾ ਨੇ ਪਟੀਸ਼ਨ ਕੀਤੀ ਸੀਗੀ, ਟਰੱਕਰ ਨੇਸ਼ਨ ਨੇ ਪਟੀਸ਼ਨ ਕੀਤੀ ਸੀਗੀ, ਹੋਰ ਕਾਫੀ ਅਲਾਇੰਸ ਨੇ ਕੀਤੀ ਸੀਗੀ, GSTA ਪਟੀਸ਼ਨ ਕੀਤੀ ਸੀਗੀ। ਸੋ ਕਾਫੀ ਏਜੰਸੀਆਂ ਨੇ ਪਟੀਸ਼ਨ ਕੀਤੀ ਸੀਗੀ। ਆਹ ਦੇਖੋ ਇੱਥੇ ਇਹ ਹੈਗਾ, ਰਿਗਾਰਡਿੰਗ ਦੀ ਪ੍ਰਪੋਜ਼ਲ ਟੂ ਅਲਾਉ ਡਰਾਈਵਰਸ ਟੂ ਪਾਸ the 14-hour driving window by taking up to 3 hours off duty. The agency intended to give drivers the ability to adjust their operations such that they could defer work. ਤੇ ਇਹ ਰੀਜ਼ਨ ਸੀਗੇ ਜਿਹੜੇ ਲਿਸਟ ਕੀਤੇ ਹੋਏ ਆ। ਪਟੀਸ਼ਨ ਸੀਗੀ ਕਿ ਉਹ 3 ਘੰਟੇ ਪਾਸ ਹੋਊਗਾ ਅਤੇ ਡਰਾਈਵਰ ਥੋੜ੍ਹੀ ਹੋਰ ਰੈਸਟ ਕਰ ਲੂਗਾ। ਮਤਲਬ ਕੀ ਸੀਗਾ ਉਹਦਾ ਕਿ ਮੰਨ ਲਓ ਤੁਸੀਂ ਟਰੇਲਾ ਡਰਾਪ ਕੀਤਾ ਆ ਜਾਂ ਅਨਲੋਡਿੰਗ ਲਈ ਗਏ ਆ ਅਤੇ ਉੱਥੇ ਤੁਸੀਂ ਟਰੇਲਾ ਡਰਾਪ ਕਰਤਾ, ਬੇਸਿਕਲੀ ਤੁਸੀਂ ਰਿਲੀਵ ਹੋ ਗਏ ਆ ਡਿਊਟੀਜ਼ ਤੋਂ ਉਨਾ ਚਿਰ ਲਈ, ਅਤੇ ਉਹ ਤੁਸੀਂ ਬ੍ਰੇਕ ਕਰ ਸਕਦੇ ਆ, ਸਲੀਪ ਕਰ ਸਕਦੇ ਆ, ਈਟ ਕਰ ਸਕਦੇ ਆ, ਜਾਣੀ ਕਿ ਥੋੜ੍ਹਾ ਹੈਲਥੀ ਜਿਹਾ ਸੀਗਾ। ਅਤੇ ਉਹਦਾ ਹਾਲੇ ਇਹਨਾਂ ਨੇ ਇਨਕਲੂਡ ਨਹੀਂ ਕੀਤਾ, ਉਹਨੇ ਐਕਸਕਲੂਡ ਕਰਤਾ। ਉਹਦੇ ਵਿੱਚ ਕੀ ਆ ਦੇਖੋ, ਉਹਨੇ ਲਿਖਿਆ ਕਿ as explained elsewhere in the preamble, FMCSA has decided that further information is needed concerning the potential for unintended consequences associated with the pause and therefore has not included the provision in this final rule। ਇਹਦਾ ਕੀ ਮਤਲਬ ਕਹਿ ਰਿਹਾ, ਉਹ ਕਹਿੰਦੇ ਹਾਲੇ ਹੋਰ ਇਨਫੋਰਮੇਸ਼ਨ ਚਾਹੀਦੀ ਆ ਇਸ ਰੂਲ ਲਈ ਕਿ ਇਹਦੇ ਅਨਇੰਟੈਂਡਡ ਮਤਲਬ ਕੀ ਆ ਕਿ ਜਿਨ੍ਹਾਂ ਲਈ ਇੰਟੈਂਡ ਨਹੀਂ ਹੋਇਆ ਸੀ ਇਹ ਰੂਲ ਬਈ ਜਿਹੜੀ ਚੀਜ਼ ਲਈ, ਉਹਦੇ ਲਈ ਵੀ ਇਹ ਵਰਤ ਜਾਂਦਾ। ਬੇਸਿਕਲੀ ਕੀ ਆ ਕਿ ਉਹ ਉਹਨਾਂ ਨੂੰ ਲੱਗਦਾ ਆ ਕਿ ਹਾਲੇ ਇਹਦਾ ਕਿੰਨਾ ਬੈਨੀਫਿਟ ਆ ਅਤੇ ਕਿੰਨਾ ਨੁਕਸਾਨ ਆ, ਉਹਦੇ ਬਾਰੇ ਹੋਰ ਇਨਫੋਰਮੇਸ਼ਨ ਚਾਹੀਦੀ ਆ, ਇਸ ਕਰਕੇ ਇਹ ਇਨਕਲੂਡ ਨਹੀਂ ਕੀਤਾ। ਕਰ ਸਕਦੇ ਆ ਹਾਲੇ ਮੇਬੀ ਹੋਰ ਸਟੱਡੀ ਕਰਕੇ ਇਨਫੋਰਮੇਸ਼ਨ ਲੈ ਕੇ ਇਨਕਲੂਡ ਕਰ ਸਕਦੇ ਆ, ਬਟ ਹਾਲੇ ਨਹੀਂ ਕੀਤਾ। ਸੋ ਜਿਹੜੇ ਵੀ ਸੋਚਦੇ ਆ ਕਿ ਤੁਸੀਂ 14 ਘੰਟੇ ਦਾ ਕਲਾਕ ਪਾਸ ਕਰ ਸਕਦੇ ਆ, ਉਹ ਨਹੀਂ ਹੈਗਾ, ਉਹ ਨਹੀਂ ਪਾਸ ਹੋਣਾ। ਅਤੇ ਓਨਲੀ 2 ਚੀਜ਼ਾਂ ਆ ਕਿ ਜਿਹੜਾ ਸਪਲਿਟ ਸਲੀਪਰ ਦੀਆਂ ਬ੍ਰੇਕਾਂ ਆ ਉਹ ਤੁਹਾਡੇ 14 ਘੰਟੇ 'ਚ ਇਨਕਲੂਡ ਨਹੀਂ ਹੋਣਗੀਆਂ, ਬਟ ਓਨਲੀ ਜੇ ਉਹ ਐਜ਼ ਅ ਸਪਲਿਟ ਸਲੀਪਰ ਲਿਆ ਆ। ਇਹ ਨਹੀਂ ਕਿ ਤੁਸੀਂ 7 ਘੰਟੇ ਲੈ ਲਏ ਬਾਅਦ 'ਚੋਂ ਜਦੋਂ ਮਿਨੀਮਮ ਅਤੇ 3 ਘੰਟੇ ਕੱਢੇ ਹੀ ਨਹੀਂ, ਉਹ ਕਾਊਂਟ ਹੋਣੇ ਹੀ ਹੋਣੇ ਆ ਜੇ ਤੁਸੀਂ ਮਿਨੀਮਮ ਆਪਣੇ ਅਦਰ 3 ਘੰਟੇ ਨਹੀਂ ਲਓਗੇ। ਪਹਿਲਾ ਰੂਲ ਹੋਰ ਸੀ, ਹੁਣ ਹੋ ਰਿਹਾ। ਇੱਕ ਮਿੰਟ ਤੁਹਾਨੂੰ ਇੱਕ ਲਾਸਟ ਐਗਜ਼ਾਮਪਲ ਦਿਖਾਉਣਾ। ਉਸ ਐਗਜ਼ਾਮਪਲ ਲਈ ਮੈਂ ਵੱਖਰੀ ਸਾਈਟ 'ਤੇ ਹਾਂ, CDL ਲਾਈਫ, ਬਟ ਵੈਲਿਡ ਆ ਇਹ। ਆਹ ਦੇਖੋ, ਇਹ ਸਲੀਪਰ ਬਰਥ ਆ, ਪ੍ਰੀਵੀਅਸ ਸੀਗਾ ਮਿਨੀਮਮ 8 ਘੰਟੇ ਪਾ ਕੇ, ਅਤੇ ਉਹ ਤੁਹਾਡਾ ਇਹ 14 ਘੰਟਿਆਂ ਦੇ ਕਲਾਕ 'ਚ ਨਹੀਂ ਜਾਂਦਾ ਸੀਗਾ ਉਹ ਵਿੰਡੋ 'ਚ।
ਤੇ ਦੂਜਾ ਪੀਰੀਅਡ 2 ਘੰਟੇ ਦਾ ਕਰਕੇ ਤੁਹਾਡੀ 10 ਘੰਟੇ ਵਾਲੀ ਰੀਸੈਟ ਹੋ ਜਾਂਦੀ ਸੀ। ਬਟ ਉਹ ਜਿਹੜਾ 2 ਵਾਲਾ ਸੀਗਾ ਉਹ ਤੁਹਾਡੇ 14 ਘੰਟਿਆਂ 'ਚੋਂ ਘਟਾਇਆ ਜਾਂਦਾ ਸੀ। ਹੁਣ ਨਵੇਂ ਦੇ ਹਿਸਾਬ ਨਾਲ ਜਿਹੜੀ ਆਫ ਡਿਊਟੀ ਆ ਆਪਣੀ ਐਲਿਸ 2 ਘੰਟੇ ਦੀ ਤੇ ਅਦਰ ਐਲਿਸ 3 ਘੰਟੇ ਦਾ, ਟੋਟਲ 10 ਬਣਾਉਣੇ ਆ। ਤੇ ਜੇ ਦੋਨੇ ਪੀਰੀਅਡ ਟੁਗੈਦਰ ਐਡ ਕਰਾਂਗੇ ਉਹਨਾਂ ਦੇ 10 ਬਣਨੇ ਆ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਉਹ ਕਿੱਦਾਂ ਆ ਕਿ ਮਿਨੀਮਮ 7 ਘੰਟੇ ਦਾ ਇੱਕ ਪੀਰੀਅਡ ਹੋਣਾ ਚਾਹੀਦਾ, ਦੂਜਾ 3 ਦਾ ਹੋ ਗਿਆ 10 ਹੋ ਗਏ, 7.5 ਦਾ ਪਾ ਕੇ 2.5 ਦਾ ਪਾ ਕੇ ਫੇਰ ਵੀ 10 ਹੋ ਗਏ, 8 ਦਾ ਪਾ ਕੇ 2 ਦਾ ਪਾ ਕੇ ਫੇਰ ਵੀ 10 ਹੋ ਗਏ। ਇਹ ਨਾ ਸੋਚਿਓ ਕਿ ਹੁਣ ਨਵੇਂ ਰੂਲ ਦੇ ਹਿਸਾਬ ਨਾਲ 7 ਤੇ 3 ਹੀ ਲੈਣੇ ਪੈਣੇ ਆ ਕਿ ਇੱਕ 7 ਘੰਟੇ ਦਾ ਦੂਜਾ 3 ਦਾ, 10 ਬਣਨੇ ਆ। ਉਹਨਾਂ ਨੇ ਫਲੈਕਸੀਬਿਲਿਟੀ ਦਿੱਤੀ ਆ, ਭਾਵੇਂ ਤੁਸੀਂ 7 ਤੇ 3 ਕਰ ਲਓ, 7.5 ਤੇ 2.5 ਕਰ ਲਓ, 8 ਤੇ 2 ਕਰ ਲਓ। ਈਦਰ ਵੇ 10 ਹੋਣੇ ਚਾਹੀਦੇ ਆ। ਬਟ ਜਿਹੜੇ 2 ਪੀਰੀਅਡ ਆ, ਜਿਹੜਾ ਸ਼ੋਰਟੈਸਟ ਜਿਹੜਾ ਪੀਰੀਅਡ ਆ ਉਹ 2 ਘੰਟੇ ਤੋਂ ਛੋਟਾ ਨਹੀਂ ਹੋਣਾ ਚਾਹੀਦਾ, ਅਤੇ ਜਿਹੜਾ ਦੂਜਾ ਥੋੜ੍ਹਾ ਵੱਡਾ ਆ ਉਹ 7 ਘੰਟੇ ਤੋਂ ਛੋਟਾ ਨਹੀਂ ਹੋਣਾ ਚਾਹੀਦਾ। ਅਤੇ ਜਦੋਂ ਆਹ ਦੇਖੋ ਮੇਨ ਚੀਜ਼ ਹੈਗੀ ਆ ਵੈਨ ਪੇਅਰਡ, ਵੈਨ ਯੂਜ਼ਡ ਟੁਗੈਦਰ, ਨੀਦਰ ਕੋਈ ਵੀ ਨਹੀਂ ਤੁਹਾਡੇ 14 ਘੰਟੇ ਦੀ ਵਿੰਡੋ ਦੇ ਅਗੇਂਸਟ ਕਾਊਂਟ ਹੁੰਦਾ। ਯਾਨੀ ਕਿ ਜਦੋਂ ਦੋਨੇ ਹੀ ਉਹ ਰੀਸੈਟ ਕਰਨ ਨੂੰ ਯੂਜ਼ ਕੀਤੇ ਨਹੀਂ ਹੋਊਗਾ। ਬਟ ਇੱਥੇ ਕੈਚ ਆ ਗਿਆ ਕਿ ਜਿਹੜਾ 8 ਘੰਟੇ ਸਲੀਪਰ ਬਰਥ ਪੀਰੀਅਡ ਓਨਲੀ 8 ਘੰਟੇ ਦਾ ਪਹਿਲਾਂ ਹੁੰਦਾ ਸੀ ਨਾ ਪੁਰਾਣੇ ਰੂਲ 'ਚ, ਆਹ ਦੇਖੋ ਇੱਧਰ, ਜਿਹੜਾ ਤੁਹਾਡੇ 14 ਘੰਟਿਆਂ 'ਚ ਨਹੀਂ ਸੀ ਕਾਊਂਟ ਹੁੰਦਾ, ਉਹ ਹੁਣ ਨਵੇਂ ਦੇ ਹਿਸਾਬ ਨਾਲ ਜੇ ਤੁਸੀਂ 8 ਘੰਟੇ ਕੱਢ ਵੀ ਲੈਂਦੇ ਆ ਨਾ, ਬਟ ਉਹਨੂੰ ਸਪਲਿੱਟ ਦੇ ਲਈ ਯੂਜ਼ ਨਹੀਂ ਕਰਦੇ, ਉਹ ਐਕਸਕਲੂਡ ਨਹੀਂ ਹੋਣਾ ਤੁਹਾਡੀ 14 ਘੰਟੇ ਦੀ ਵਿੰਡੋ 'ਤੇ। ਇਸ ਲਈ ਇਹਦਾ ਖਾਸ ਧਿਆਨ ਰੱਖਿਓ। ਇਹ ਉਹਨਾਂ ਨੇ ਥੋੜ੍ਹਾ ਚੇਂਜ ਤਾਂ ਕੀਤਾ ਬਟ ਹੈਗਾ ਤਾਂ ਪੰਗਾ ਜਿਹਾ ਹੀ ਆ। ਅਤੇ ਇਸ ਲਈ ਇਹ ਸਪਲਿੱਟ ਜੇ ਤੁਸੀਂ ਕਰਨਾ ਤੁਹਾਨੂੰ ਦੋਨੇ ਯੂਜ਼ ਕਰਨੇ ਪੈਣੇ, ਨਹੀਂ ਤਾਂ ਤੁਹਾਡੇ 8 ਘੰਟੇ ਦੀ ਕੱਢੀ ਵੀ ਨਾ ਉਹਦੇ ਵਿੱਚ ਯੂਜ਼ ਨਹੀਂ ਹੋਣੀ। ਸੋ ਬਸ ਇੰਨਾ ਕੀ ਸੀਗਾ। ਹੋਪਫੁਲੀ ਮੇਰੀ ਇਹ ਅੱਧੇ ਘੰਟੇ 45 ਮਿੰਟ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ। ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਅਤੇ ਕਿਸੇ ਦਾ ਕੋਈ ਕੁਐਸਚਨ ਹੋਵੇ, ਕਲੈਰੀਫਿਕੇਸ਼ਨ ਹੋਵੇ, ਮੈਂ ਦੇ ਸਕਦਾ ਹਾਂ। ਅਤੇ ਹੋਰ ਕੋਈ ਵੀ ਨੌਲੇਜ ਵਾਲੀ ਚੀਜ਼ ਹੋਊਗੀ ਮੈਂ ਦੁਬਾਰਾ ਵੀਡੀਓ ਬਣਾਊਂਗਾ। ਅਤੇ ਹੋਪਫੁਲੀ ਮੈਂ ਆਪਣੀ ਸਹੀ ਇੰਟਰਪ੍ਰੇਟ ਕਰਤੀ ਆ ਅਤੇ ਵੈਲਿਡ ਇਨਫੋਰਮੇਸ਼ਨ ਆ। ਕੋਈ ਆਪਾਂ ਰੂਮਰਸ ਤੋਂ ਨਹੀਂ ਚੱਕੀ, ਕੋਈ ਪਬਲਿਕ ਕਮੈਂਟਸ ਤੋਂ ਨਹੀਂ ਚੱਕੀ। FMCSA ਦੀ ਅਫੀਸ਼ੀਅਲ ਪੇਜ ਆ ਅਤੇ ਇੱਕ ਐਗਜ਼ਾਮਪਲ ਪ੍ਰਾਈਵੇਟ ਸਾਈਟ ਤੋਂ ਲਿਆ ਸੀ ਉਹ, ਬਟ ਉਹ ਸਹੀ ਹੈ।